ਇੱਕ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਸਿੱਖ ਨੇ, ਜਿਹੜਾ ਨਾਨਕ ਮੱਤੇ ਵੱਲੋਂ ਆਇਆ ਸੀ, ਉਸਨੇ ਗੁਰੂ ਜੀ ਨੂੰ ਦੱਸਿਆ ਕਿ ਗੁਰੂ ਜੀ, ਗੁਰੂ ਅਸਥਾਨ ਨਾਨਕ ਮੱਤੇ ਦੀ ਸਿੱਧ ਲੋਕ ਘੋਰ ਬੇਅਦਬੀ ਕਰ ਰਹੇ ਹਨ। ਜੋਗੀ ਸਿੱਧਾਂ ਨੇ ਨਾਨਕ ਮੱਤੇ ਵਾਲੇ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਆਪ ਕਿਰਪਾ ਕਰਕੇ ਛੇਤੀ ਉੱਥੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਨੂੰ ਬਰਬਾਦ ਹੋਣ ਤੋਂ ਬਚਾਓ। ਸਿੱਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦਿ ਸ਼੍ਰੋਮਣੀ ਸਿੱਖਾਂ ਨੂੰ ਕਿਹਾ ਕਿ ਅਸੀਂ ਨਾਨਕ ਮੱਤੇ ਜਾ ਕੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਪਿੱਪਲ ਅਤੇ ਮਿੱਠਾ ਰਿੱਠਾ ਸਿੱਧਾਂ ਪਾਸੋਂ ਬਚਾਉਣਾ ਚਾਹੁੰਦੇ ਹਾਂ। ਜੇ ਨਾ ਗਏ ਤਾਂ ਸਿੱਧ ਜੋਗੀ ਇਹਨਾਂ ਯਾਦਗਾਰਾਂ ਨੂੰ ਮਿਟਾ ਦੇਣਗੇ। ਤੁਸੀਂ ਸਾਡੇ ਸਾਰੇ ਪਰਿਵਾਰ ਨੂੰ ਭਾਈ ਸਾਈਂ ਦਾਸ ਪਾਸ ਡਰੋਲੀ ਭਾਈ ਲੈ ਜਾਓ, ਇਹ ਉੱਥੇ ਹੀ ਠਹਿਰਨਗੇ। ਫਿਰ ਗੁਰੂ ਜੀ ਆਪ ਆਪਣੇ ਨਾਲ ਸਾਰੇ ਯੋਧੇ ਅਤੇ ਸ਼ਸਤਰ ਲੈ ਕੇ ਕਰਤਾਰਪੁਰ ਆ ਗਏ। ਸ਼ਸਤਰ ਅਤੇ ਯੋਧੇ ਆਪ ਜੀ ਨੇ ਕਰਤਾਰਪੁਰ ਹੀ ਟਿਕਾ ਦਿੱਤੇ ਅਤੇ ਆਪ 2-4 ਦਿਨ ਠਹਿਰ ਕੇ ਇਹਨਾਂ ਦਾ ਪੂਰਾ ਪ੍ਰਬੰਧ ਕਰਕੇ ਆਪਣੇ ਨਾਲ 20-25 ਘੋੜਸਵਾਰ ਲੈ ਕੇ ਨਾਨਕ ਮੱਤੇ ਨੂੰ ਚੱਲ ਪਏ। ਰਸਤੇ ਵਿੱਚ ਅਨੇਕਾਂ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਨਾਨਕ ਮੱਤੇ ਪਹੁੰਚ ਗਏ। ਉੱਥੇ ਪਹੁੰਚ ਕੇ ਭਾਈ ਅਲਮਸਤ ਤੋਂ ਸਾਰੀ ਗੱਲ ਸੁਣੀ। ਜੋਗੀਆਂ ਪਾਸੋਂ ਪਿੱਪਲ ਦੇ ਸਾੜੇ ਜਾਣ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਸ਼ਨਾਨ ਕਰਕੇ ਸ਼ਸਤਰ ਬਸਤਰ ਸਜਾਏ ਅਤੇ ਪਿੱਪਲ ਪਾਸ ਦੀਵਾਨ ਸਜਾ ਕੇ ਸੋਦਰ ਦੀ ਚੌਂਕੀ ਪੜ੍ਹ ਕੇ ਅਰਦਾਸ ਕੀਤੀ। ਉਸ ਉਪਰੰਤ ਨਿਰਮਲ ਜਲ ਮੰਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਘਿਸਵਾ ਕੇ ਮਿਲਾਇਆ ਅਤੇ ਸਤਨਾਮ ਆਖ ਕੇ ਉਸ ਸੜੇ ਹੋਏ ਪਿੱਪਲ ਉੱਤੇ, ਜਿਹੜਾ ਸਿੱਧਾਂ ਨੇ ਈਰਖਾ ਕਰਕੇ ਗੁਰੂ ਘਰ ਦੀ ਨਿਸ਼ਾਨੀ ਮਿਟਾਉਣ ਵਾਸਤੇ ਸਾੜ ਦਿੱਤਾ ਸੀ, ਉਸ ਉੱਤੇ ਛਿੜਕਿਆ। ਦੂਸਰੇ ਦਿਨ ਪਿੱਪਲ ਵਿੱਚੋਂ ਹਰੀਆਂ ਸਾਂਖਾਂ ਅਤੇ ਪੱਤੇ ਪੁੰਗਰੇ ਹੋਏ ਵੇਖ ਕੇ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ। ਇਸ ਪਿੱਪਲ ਦੇ ਪੱਤਿਆਂ ਉੱਤੇ ਅੱਜ ਤੱਕ ਕੇਸਰ ਦੇ ਰਤੇ ਨਿਸ਼ਾਨ ਅਤੇ ਚੰਦਨ ਦੇ ਚਿੱਟੇ ਨਿਸ਼ਾਨ ਪ੍ਰਤੱਖ ਹੁੰਦੇ ਹਨ। ਗੁਰੂ ਜੀ ਦਾ ਇਸ ਤਰ੍ਹਾਂ ਸ਼ਸਤਰਧਾਰੀ ਹੋ ਕੇ ਆਉਣਾ ਅਤੇ ਪਿੱਪਲ ਨੂੰ ਹਰਿਆ ਭਰਿਆ ਕਰਨਾ ਵੇਖ ਕੇ ਨਾਨਕ ਮੱਤੇ ਤੋਂ ਸਾਰੇ ਜੋਗੀ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਅਤੇ ਗੋਰਖਨਾਥ ਨੂੰ ਦੱਸਿਆ ਕਿ ਪਹਿਲਾਂ ਜਿਸ ਅਸਥਾਨ ਦਾ ਨਾਮ ਆਪ ਜੀ ਦੇ ਪ੍ਰਤਾਪ ਕਰਕੇ ਗੋਰਖ ਮੱਥਾ ਸੀ, ਪਰ ਫਿਰ ਜਦ ਆਪ ਜੀ ਨਾਲ ਉੱਥੇ ਚਰਚਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਜੇ ਪ੍ਰਾਪਤ ਕਰ ਲਈ ਸੀ, ਤਾਂ ਉਸ ਦਾ ਨਾਮ ਨਾਨਕ ਮੱਤਾ ਸਿੱਧ ਹੋ ਗਿਆ ਸੀ। ਉੱਥੇ ਇੱਕ ਸਿੱਖ ਦੀਵੇ ਝਾੜੂ ਦੀ ਸੇਵਾ ਵਾਸਤੇ ਟਿਕ ਗਿਆ। ਅਸਾਂ ਉਸ ਨੂੰ ਉੱਥੋਂ ਚਲੇ ਜਾਣ ਵਾਸਤੇ ਕਿਹਾ, ਪਰ ਉਸਨੇ ਸਾਡਾ ਕਹਿਣਾ ਨਾ ਮੰਨਿਆ ਤਾਂ ਅਸਾਂ ਉਸ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ, ਜਿਸ ਪਿੱਪਲ ਹੇਠਾਂ ਬੈਠ ਕੇ ਇਹਨਾਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਨਾਲ ਚਰਚਾ ਕੀਤੀ ਸੀ ਅਤੇ ਜਿਸ ਨੂੰ ਇਹ ਆਪਣੇ ਗੁਰੂ ਜੀ ਦੀ ਯਾਦਗਾਰ ਸਮਝ ਕੇ ਮੰਨਦੇ ਹਨ। ਸਾਡੀ ਇਸ ਕਾਰਵਾਈ ਨੂੰ ਵੇਖ ਕੇ ਉੱਥੋਂ ਦੇ ਸੇਵਾਦਾਰ ਸਿੱਖ ਨੇ ਆਪਣੇ 6ਵੇਂ ਗੁਰੂ ਨੂੰ ਪੰਜਾਬ ਦੇਸ਼ ਵਿੱਚੋਂ ਸੱਦ ਲਿਆ ਹੈ, ਜਿਸ ਨੇ ਆਣ ਕੇ ਆਪਣੀ ਸ਼ਕਤੀ ਨਾਲ ਉਸ ਸੜੇ ਹੋਏ ਪਿੱਪਲ ਨੂੰ ਫਿਰ ਹਰਿਆ ਭਰਿਆ ਕਰ ਦਿੱਤਾ ਹੈ। ਗੁਰੂ ਸ਼ਸਤਰਧਾਰੀ ਅਤੇ ਜੀਵਘਾਤੀ ਹੈ। ਉਸ ਦੇ ਨਾਲ ਹੋਰ ਵੀ ਜੀਵ ਹੱਤਿਆ ਕਰਨ ਵਾਲੇ ਆਦਮੀ ਹਨ, ਜੋ ਰੋਜ਼ ਹੀ ਜੰਗਲ ਵਿੱਚੋਂ ਜੀਵ ਮਾਰ ਕੇ ਲਿਆਉਂਦੇ ਹਨ। ਆਪਣੇ ਚੇਲੇ ਪਾਸੋਂ ਗੋਰਖਨਾਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੀ ਗੱਲ ਸੁਣ ਕੇ ਆਖਿਆ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਝਗੜਾ ਨਹੀਂ ਕਰਨਾ ਚਾਹੀਦਾ, ਬਲਕਿ ਮੇਲ ਰੱਖਣਾ ਹੀ ਉਚਿਤ ਹੈ। ਗੋਰਖਨਾਥ ਦੀ ਇਹ ਗੱਲ ਸੁਣ ਕੇ ਭਰਥਰੀਨਾਥ, ਝੰਗਰਨਾਥ ਆਦਿ ਸਿੱਧ ਬੋਲੇ ਕਿ ਹੁਣ ਇੱਥੇ ਗੁਰੂ ਨਾਨਕ ਦੇਵ ਜੀ ਨਹੀਂ ਹਨ, ਅਸੀਂ ਆਪਣਾ ਅਸਥਾਨ ਇਸ ਗੁਰੂ ਤੋਂ ਜ਼ਰੂਰ ਛੁਡਾਵਾਂਗੇ। ਇਹਨਾਂ ਦੀ ਗੱਲ ਸੁਣ ਕੇ ਗੋਰਖਨਾਥ ਨੇ ਕਿਹਾ, ਜੇ ਇਹ ਗੱਲ ਹੈ ਤਾਂ ਜਾਓ, ਅੱਜ ਹੀ ਜਾ ਕੇ ਆਪਣਾ ਅਸਥਾਨ ਛੁਡਾ ਲਵੋ, ਇਸ ਨਾਲ ਤੁਹਾਡੀ ਸ਼ੋਭਾ ਹੋਵੇਗੀ। ਗੋਰਖਨਾਥ ਦਾ ਇਹ ਬਚਨ ਸੁਣ ਕੇ ਸਾਰੇ ਜੋਗੀ
ਆਪਣੇ ਗੁਰੂ ਗੋਰਖਨਾਥ ਨੂੰ ਆਦੇਸ਼ ਕਰਦੇ ਹੋਏ ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਨਾਨਕ ਮੱਤੇ ਆ ਗਏ। ਗੁਰੂ ਜੀ ਪਾਸ ਬੈਠ ਕੇ ਭੰਗਰ ਨਾਥ ਨੇ ਕਿਹਾ, ਤੁਹਾਡਾ ਗ੍ਰਹਿਸਥੀਆਂ ਦਾ ਸਾਡੇ ਨਾਲ, ਜਿਨ੍ਹਾਂ ਨੇ ਸੰਸਾਰ ਦੇ ਸਭ ਪਦਾਰਥਾਂ ਨੂੰ ਤਿਆਗਿਆ ਹੋਇਆ ਹੈ, ਝਗੜਾ ਕਰਨਾ ਚੰਗਾ ਨਹੀਂ ਹੈ। ਇਸ ਕਰਕੇ ਸਾਡੇ ਇਸ ਪੁਰਾਣੇ ਅਸਥਾਨ ਗੋਰਖ ਮੱਥੇ ਨੂੰ ਤੁਸੀਂ ਛੱਡ ਕੇ ਚਲੇ ਜਾਓ। ਗੁਰੂ ਜੀ ਨੇ ਹੱਸ ਕੇ ਕਿਹਾ, ਤੁਹਾਡਾ ਮਨ ਮਮਤਾ ਵਿੱਚ ਫਸਿਆ ਹੋਇਆ ਹੈ। ਕਿਸੇ ਅਸਥਾਨ ਅਥਵਾ ਪਦਾਰਥ ਵਿੱਚ ਅਪਣਤ ਰੱਖਣੀ ਇਹ ਤਿਆਗੀਆਂ ਦਾ ਕੰਮ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਤਿਆਗੀ ਕਹਿੰਦੇ ਹੋਏ ਵੀ ਮਮਤਾ ਵਿੱਚ ਫਸੇ ਹੋਏ ਹੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਜੋਗੀ ਆਪਣੀ ਅਜ਼ਮਤ ਵਿਖਾਉਣ ਵਾਸਤੇ ਆਕਾਸ਼ ਵਿੱਚ ਉੱਡ ਕੇ ਪੱਥਰਾਂ ਦੀ ਵਰਖਾ ਅਤੇ ਅੱਗ ਦੀਆਂ ਚੁਆਤੀਆਂ ਉਡਾਉਣ ਲੱਗੇ। ਮਿੱਟੀ ਕੰਕਰਾਂ ਦੀ ਜ਼ੋਰਦਾਰ ਹਨੇਰੀ ਛੁੱਟ ਪਈ। ਵੱਡੇ ਵੱਡੇ ਭਿਆਨਕ ਰੂਪ ਧਾਰ ਕੇ ਮੂੰਹ ਤੋਂ ਮਾਰ ਲਵੋ ਦੀਆਂ ਆਵਾਜ਼ਾਂ ਕਰਕੇ ਸਿੱਖਾਂ ਨੂੰ ਡਰਾਉਣ ਲੱਗੇ। ਫਿਰ ਨਾਲ ਦੀ ਨਾਲ ਹੀ ਸ਼ੇਰਾਂ ਅਤੇ ਸੱਪਾਂ ਦੇ ਭਿਆਨਕ ਰੂਪ ਧਾਰ ਕੇ ਪੱਬਕਾਂ ਅਤੇ ਫੁੰਕਾਰੇ ਮਾਰਨ ਲੱਗੇ। ਇਹਨਾਂ ਕੋਤਕਾਂ ਨਾਲ ਸਿੱਖਾਂ ਨੂੰ ਹੈਰਾਨ ਹੁੰਦੇ ਵੇਖ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੋ। ਇਹਨਾਂ ਦੀ ਸਾਰੀ ਸ਼ਕਤੀ ਹੁਣੇ ਹੀ ਨਾਸ਼ ਹੋ ਜਾਵੇਗੀ। ਗੁਰੂ ਜੀ ਨੇ ਇਹ ਬਚਨ ਕਰਕੇ ਜਦ ਉੱਪਰ ਨਿਗਾਹ ਕਰਕੇ ਸਿੱਧਾਂ ਵੱਲ ਵੇਖਿਆ ਤਾਂ ਜਿੱਥੇ ਵੀ ਕੋਈ ਜਿਸਦੀ ਸ਼ਕਲ ਵਿੱਚ ਹੈ ਸੀ, ਉੱਥੇ ਹੀ ਉਸ ਨੂੰ ਅੱਗ ਸਾੜਨ ਲੱਗ ਪਈ। ਇਸ ਅਗਨੀ ਨਾਲ ਵਿਆਕੁਲ ਹੋ ਕੇ ਸਿੱਧ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਅਤੇ ਰੱਖ ਲਵੋ ਦਾ ਵਾਸਤਾ ਪਾ ਕੇ ਉਸ ਦੀ ਸ਼ਰਨ ਪੈ ਗਏ। ਗੋਰਖਨਾਥ ਨੇ ਕਿਹਾ, ਤੁਹਾਨੂੰ ਮੈਂ ਪਹਿਲਾਂ ਹੀ ਸਮਝਾਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਝਗੜਾ ਕਰਨਾ ਚੰਗਾ ਨਹੀਂ ਹੈ, ਪਰ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਹੁਣ ਸਾਰੇ ਸਿੱਧਾਂ ਦਾ ਮਾਣ ਗਵਾ ਕੇ ਭੱਜੇ ਆਏ ਹੋ। ਇਸ ਤਰ੍ਹਾਂ ਗੋਰਖਨਾਥ ਨੇ ਉਹਨਾਂ ਨੂੰ ਬਹੁਤ ਸ਼ਰਮਿੰਦਾ ਕੀਤਾ। ਸਿੱਧਾਂ ਨੂੰ ਨਾਨਕ ਮੱਤੇ ਤੋਂ ਕੱਢ ਕੇ ਗੁਰੂ ਜੀ ਨੇ ਪੰਜਾਬ ਨੂੰ ਮੁੜਨ ਦੀ ਤਿਆਰੀ ਕਰ ਲਈ। ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਇਲਾਕੇ ਦੇ ਸਿੱਖਾਂ ਨੂੰ ਸੱਦ ਕੇ ਕਿਹਾ ਕਿ ਇੱਥੇ ਵਿਘਨ ਪਾਉਣ ਵਾਲੇ ਜੋਗੀ ਹੁਣ ਗੁਰੂ ਅਸਥਾਨ ਦੀ ਬੇਅਦਬੀ ਨਹੀਂ ਕਰਨਗੇ। ਇਹ ਨਾਨਕ ਮੱਤਾ ਹੁਣ ਅਟਲ ਰਹੇਗਾ, ਇਸ ਨੂੰ ਕੋਈ ਨਹੀਂ ਮਿਟਾ ਸਕੇਗਾ। ਇਸ ਪ੍ਰਕਾਰ ਸਭ ਕੁਝ ਠੀਕ ਕਰਕੇ ਅਤੇ ਭਾਈ ਅਲਮਸਤ ਨੂੰ ਧੀਰਜ ਦੇ ਕੇ ਗੁਰੂ ਜੀ ਨਾਨਕ ਮੱਤੇ ਤੋਂ ਚੱਲ ਕੇ ਗੰਗਾ ਨਦੀ ਉੱਤੇ ਪਹੁੰਚ ਗਏ। ਇੱਥੇ ਇਸ਼ਨਾਨ ਪਾਨ ਅਤੇ ਕੁਝ ਵਿਸ਼ਰਾਮ ਕਰਕੇ ਜਮਨਾ ਨਦੀ ਨੂੰ ਪਾਰ ਕਰਕੇ ਥਾਣੇਸਰ ਆ ਗਏ। ਥਾਣੇਸਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ। ਕੁਝ ਦਿਨ ਇੱਥੇ ਡੇਰਾ ਕਰਕੇ ਸ਼ਰਧਾਲੂ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਆਪ ਜੀ ਉੱਥੋਂ ਚੱਲ ਕੇ ਡਰੋਲੀ ਭਾਈ ਆਪਣੇ ਪਰਿਵਾਰ ਪਾਸ ਪਹੁੰਚ ਗਏ। ਆਪ ਜੀ ਦੇ ਦਰਸ਼ਨ ਕਰਕੇ ਅਤੇ ਜੋਗੀਆਂ ਉੱਤੇ ਵਿਜੇ ਪ੍ਰਾਪਤ ਕਰਨ ਦੇ ਸਾਰੇ ਹਾਲ ਸੁਣ ਕੇ ਸਾਰੇ ਪਰਿਵਾਰ ਅਤੇ ਸਿੱਖ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ। ਸੋ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।